ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਸਲੇ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਸੰਧੂ ਅਕਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਨਾਰਾਇਣ ਸਿੰਘ ਚੋੜਾ ਅਤੇ ਹੋਰ ਆਗੂਆਂ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਦਲ ਖਾਲਸਾ ਆਗੂਆਂ ਨੇ ਦੱਸਿਆ ਕਿ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਾਰੇ ਤੱਥਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਛੁਪਾ ਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ 14 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਟਿੰਗ ਕਰਕੇ ਅਗਲਾ ਪੈਂਤਰਾ ਤੇ ਅਗਲੀ ਰਣਨੀਤੀ ਲਈ ਸਿੱਖ ਬੁੱਧੀਜੀਵੀਆਂ, ਸਿੱਖ ਵਿਦਵਾਨਾਂ, ਨਾਨਕ ਨਾਮ ਲੇਵਾ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਦਲ ਖਾਲਸਾ ਵੱਲੋਂ ਇਹ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ਵਿੱਚ ਆਪਣੀ ਰਾਏ ਪੇਸ਼ ਕਰਨ ਤਾਂ ਜੋ ਇਸ ਗੰਭੀਰ ਘੁਟਾਲੇ ਦੀ ਜਾਂਚ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਸਲੇ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਸੰਧੂ ਅਕਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਨਾਰਾਇਣ ਸਿੰਘ ਚੋੜਾ ਅਤੇ ਹੋਰ ਆਗੂਆਂ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਦਲ ਖਾਲਸਾ ਆਗੂਆਂ ਨੇ ਦੱਸਿਆ ਕਿ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਾਰੇ ਤੱਥਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਛੁਪਾ ਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ 14 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਟਿੰਗ ਕਰਕੇ ਅਗਲਾ ਪੈਂਤਰਾ ਤੇ ਅਗਲੀ ਰਣਨੀਤੀ ਲਈ ਸਿੱਖ ਬੁੱਧੀਜੀਵੀਆਂ, ਸਿੱਖ ਵਿਦਵਾਨਾਂ, ਨਾਨਕ ਨਾਮ ਲੇਵਾ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਨੂੰ ਦਲ ਖਾਲਸਾ ਵੱਲੋਂ ਇਹ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ਵਿੱਚ ਆਪਣੀ ਰਾਏ ਪੇਸ਼ ਕਰਨ ਤਾਂ ਜੋ ਇਸ ਗੰਭੀਰ ਘੁਟਾਲੇ ਦੀ ਜਾਂਚ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇ। ਜਿਸ ਤਰ੍ਹਾਂ ਦੱਸਿਆ ਤੁਹਾਨੂੰ ਕਿ ਅੱਜ ਦੀ ਮੀਟਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਭ ਤੋਂ ਵੱਡੇ ਕਾਂਡ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵਾਪਰਿਆ ਉਹਦੇ ਬਾਰੇ ਕੀਤੀ ਗਈ। ਉਹਦੇ ਬਾਰੇ ਹਰ ਪੱਖ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ ਤੇ ਆਪਾਂ ਸਿੱਖ ਜਗਤ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਾ, ਜਿਹਨੂੰ ਬੇਈਮਾਨੀ ਦਾ ਮਾਮਲਾ ਕਰਾਰ ਦੇ ਕੇ ਤੇ ਨਿਪਟਾਉਣ ਦਾ ਯਤਨ ਕੀਤਾ ਜਾ ਰਿਹਾ ਵਾ। ਇਹਦੇ ਦੋਸ਼ੀ ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਅਧਿਕਾਰੀ ਤੇ ਕਰਮਚਾਰੀ ਨੇ ਜਿਨ੍ਹਾਂ ਨੇ 2016 ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਨੂੰ ਪੂਰੀ ਮੰਦ ਭਾਵਨਾ ਦੇ ਨਾਲ ਦਬਾ ਕੇ ਰੱਖਿਆ। ਜੇਕਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਇਸ ਮਾਮਲੇ ਨੂੰ ਸਿੱਖ ਜਗਤ ਦੇ ਸਾਹਮਣੇ ਨਾ ਲਿਆਉਂਦਾ ਤਾਂ ਇਸ ਮਾਮਲੇ ਨੂੰ ਸਿੱਖ ਜਗਤ ਨੂੰ ਪਤਾ ਲੱਗਣ ਤੋਂ ਬਿਨਾਂ ਹੀ ਦਬਾ ਦਿੱਤਾ ਜਾਣਾ ਸੀ। ਹੁਣ ਇਹਦੇ ਵਿੱਚ ਦੋਸ਼ ਕੀ ਨੇ? ਸਭ ਤੋਂ ਪਹਿਲਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲਾਪਤਾ ਕੀਤਾ ਗਿਆ। ਦੂਜਾ ਦੋਸ਼ ਇਹ ਹੈ ਕਿ ਅਣਅਧਿਕਾਰਤ ਤਰੀਕੇ ਦੇ ਨਾਲ 125 ਤੇ 61 ਸਰੂਪ ਛੁਪਾ ਕੇ ਉਹ ਜਿਹੜਾ ਗੈਪ ਸੀ ਲਾਪਤਾ ਸਰੂਪ ਕਰਨ ਦਾ, ਉਹਨੂੰ ਪੂਰਾ ਕਰਨ ਦਾ ਯਤਨ ਕੀਤਾ ਗਿਆ। ਤੀਜਾ, ਜਦੋਂ 19 ਮਈ 2016 ਨੂੰ ਸ਼ਾਰਟ ਸਰਕਟ ਦੇ ਨਾਲ ਸਰੂਪ ਜਿਹੜੇ ਆ ਉਹ ਸੜ ਗਏ ਸਨ ਤੇ ਕੁਝ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀ ਟੈਕਨੋਲੋਜੀ ਉੱਥੇ ਵਰਤਣੀ ਸੀ ਕਿ ਅੱਗ ਬੁਝਾਉਣ ਦੇ ਯਤਨ ਵਿੱਚ ਹੋਰ ਕੋਈ ਵੀ ਸਰੂਪ ਨੁਕਸਾਨਿਆ ਨਾ ਜਾਵੇ, ਉਹਦਾ ਖਿਆਲ ਰੱਖਣ ਤੋਂ ਬਿਨਾਂ ਹੀ ਉੱਥੇ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਦਾ ਯਤਨ ਕੀਤਾ। ਕੁਝ ਸਰੂਪ ਸ਼ਾਰਟ ਸਰਕਟ ਦੇ ਨਾਲ ਸੜ ਗਏ ਤੇ ਕੁਝ ਬੁਝਾਉਣ ਦੇ ਵਿੱਚ ਅਣਗਹਿਲੀ ਕਰਨ ਦੇ ਨਾਲ ਨੁਕਸਾਨੇ ਗਏ। ਪਰ ਇਹਨਾਂ ਨੇ ਉਹਨਾਂ ਸਰੂਪਾਂ ਦੇ ਉੱਤੇ ਪਰਦਾਪੋਸ਼ੀ ਕਰਨ ਦਾ ਯਤਨ ਕੀਤਾ ਤੇ ਨਾ ਉੱਥੇ ਰਿਕਾਰਡ ਰੱਖਿਆ, ਨਾ ਕਿ ਗੋਇੰਦਵਾਲ ਸਾਹਿਬ ਜਿੱਥੇ ਸੰਸਕਾਰ ਕੀਤਾ ਉੱਥੇ ਰਿਕਾਰਡ ਰੱਖਿਆ, ਨਾ CCTV ਕੈਮਰੇ ਦੀ ਫੁਟੇਜ ਰੱਖੀ। ਸਾਰੇ ਸਬੂਤ ਜਿਹੜੇ ਆ ਮਿਟਾ ਦਿੱਤੇ ਗਏ ਤੇ ਇੱਕ ਕੌਮ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ ਗਿਆ। ਐਡਾ ਵੱਡਾ ਕਾਂਡ ਹੋਇਆ ਹੋਏ ਤੇ ਉਹਨੂੰ ਛੁਪਾਉਣ ਦਾ ਯਤਨ ਕੀਤਾ ਗਿਆ। ਇਹ ਅਗਲਾ ਦੋਸ਼ ਕੀ ਹੈ ਕਿ
450 ਸਰੂਪ ਜਿਹੜੇ ਗਲਤ ਤਰੀਕੇ ਦੇ ਨਾਲ ਕੈਨੇਡਾ ਵਿੱਚ ਭੇਜੇ ਗਏ ਤੇ ਉਹ ਸਲਾਬ ਦੇ ਨਾਲ ਸਲਾਬੇ ਗਏ ਤੇ ਉਹਦਾ ਦੋਸ਼ ਵੀ ਜਿਹੜਾ ਉਹ ਦੋਸ਼ੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਫਿਰ ਅਣਅਧਿਕਾਰਤ ਤਰੀਕੇ ਦੇ ਨਾਲ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਅਧਿਕਾਰ ਆ, ਇਹ ਅਥਾਰਟੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਹਨਾਂ ਦੀ ਛਪਾਈ ਕਰਨ ਤੇ ਉਹਨਾਂ ਨੂੰ ਅੱਗੇ ਵੰਡਣ ਦੀ ਇਹ ਅਥਾਰਟੀ ਆ। ਪਰ ਉੱਥੇ ਇੱਥੋਂ PDF ਫਾਈਲ ਪੈਨ ਡਰਾਈਵ ਭੇਜ ਕੇ ਤੇ ਗਲਤ ਤਰੀਕੇ ਦੇ ਨਾਲ ਉੱਥੇ ਸਰੂਪਾਂ ਦੀ ਛਪਾਈ ਕੀਤੀ ਗਈ। ਇਹ ਸਾਰੇ ਕੰਮਾਂ ਦੀ ਦੋਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਉਹ ਸਾਰੇ ਦੋਸ਼ੀ ਨੇ ਜਿਹੜੇ 2016 ਦੇ ਵਿੱਚ ਪ੍ਰਧਾਨ ਸਨ, ਉਸ ਸਮੇਂ ਦੀ ਐਗਜ਼ੈਕਟਿਵ, ਹੁਣ ਸਮੇਂ ਦੇ ਪ੍ਰਧਾਨ, ਹੁਣ ਸਮੇਂ ਦੀ ਐਗਜ਼ੈਕਟਿਵ, ਉਸ ਸਮੇਂ ਦੇ ਅਧਿਕਾਰੀ, ਉਸ ਸਮੇਂ ਦੇ ਕਰਮਚਾਰੀ ਤੇ ਹੁਣ ਦੇ ਅਧਿਕਾਰੀ ਤੇ ਕਰਮਚਾਰੀ, ਇਹ ਸਾਰੇ ਦੋਸ਼ੀ ਨੇ। ਪਰ ਇਹ ਬੇਅਦਬੀ ਦੇ ਕਾਂਡ ਨੂੰ ਬੇਈਮਾਨੀ ਦਾ ਕਾਂਡ ਦੱਸ ਕੇ ਦਬਾਉਣ ਦਾ ਹਰ ਕੋਝੇ ਤੋਂ ਕੋਝਾ ਯਤਨ ਕੀਤਾ ਗਿਆ। ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਐਸੇ ਤਰੀਕੇ ਨਾਲ ਕਾਰਵਾਈ ਕੀਤੀ ਗਈ ਕਿ ਉਹਨਾਂ ਨੂੰ ਮੁੜ ਬਹਾਲ ਹੋਣ ਦਾ ਤਰੀਕਾ ਅਪਣਾਇਆ ਗਿਆ, ਕਿਉਂਕਿ ਕਿਸੇ ਨੂੰ ਨੋਟਿਸ ਨਹੀਂ, ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕੀਤਾ ਗਿਆ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਹੀ ਡਿਸਮਿਸ ਜਾਂ ਸਸਪੈਂਡ ਕਰ ਦਿੱਤਾ ਗਿਆ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਤੇ ਪ੍ਰਧਾਨ ਨੇ ਬਾਰ-ਬਾਰ ਆਪਣਾ ਪੈਂਤਰਾ ਬਦਲਿਆ। 27 ਤਰੀਕ ਦੀ ਮੀਟਿੰਗ ਦੇ ਵਿੱਚ ਸੀ ਕਿ ਇੰਨੇ ਸਸਪੈਂਡ ਤੇ ਇੰਨੇ ਡਿਸਮਿਸ ਕਰ ਦਿੱਤੇ ਗਏ ਨੇ ਤੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਕ੍ਰਿਮੀਨਲ ਕੇਸ ਦਰਜ ਕਰਾਇਆ ਜਾਵੇਗਾ। ਪਰ ਅਗਲੀ ਮੀਟਿੰਗ ਦੇ ਵਿੱਚ ਉਸ ਤੋਂ ਜਿਹੜਾ ਵਾ ਉਹ ਕੋਡਾ ਮੋੜ ਕੱਟ ਲਿਆ ਗਿਆ ਤੇ ਕੀ ਐਲਾਨ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਆ, ਸਮਰੱਥ ਆ। ਪਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਆਜ਼ਾਦ ਆ ਨਾ ਸਮਰੱਥ ਆ। ਤੇ ਤੀਜੀ ਗੱਲ ਜਿਹੜੀ ਅਸੀਂ ਮਹਿਸੂਸ ਕੀਤੀ ਕਿ ਇਹ ਨਿਰਪੱਖ ਵੀ ਨਹੀਂ, ਕਿਉਂਕਿ ਆਜ਼ਾਦ ਕਿਵੇਂ ਨਹੀਂ ਕਿ ਇਸ ਦੇ ਜਿਹੜੇ ਅਧਿਕਾਰੀ ਨੇ, ਅਹੁਦੇਦਾਰ ਨੇ, ਉਹ ਤੇ ਪੁਲਿਸ ਦੀ ਸੁਰੱਖਿਆ ਹੇਠ ਵਿਚਰ ਰਹੇ ਨੇ ਤੇ ਆਜ਼ਾਦ ਕਿਵੇਂ ਹੋਏ। ਜਿਹੜਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਮੇਤ ਜਿੰਨੇ ਵੀ ਇਤਿਹਾਸਕ ਸਥਾਨ ਨੇ ਉਹਨਾਂ ਵਿੱਚ ਪੁਲਿਸ ਦੀਆਂ ਏਜੰਸੀਆਂ ਦੀ, ਸਰਕਾਰੀ ਏਜੰਸੀਆਂ ਤੇ ਸੁਰੱਖਿਆ ਫੋਰਸਾਂ ਦੀ ਘੇਰਾਬੰਦੀ ਹੋਈ ਆ ਤੇ ਉਹ ਹਰ ਦਿਨ ਉੱਥੇ ਸ਼ਰੇਆਮ ਵਿਚਰਦੇ ਨੇ। 6 ਜੂਨ ਦਾ ਜਿਹੜਾ ਸਮਾਗਮ ਹੁੰਦਾ, ਇੱਥੇ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਜ਼ਬਾਤੀ ਸਿੱਖਾਂ ਦੇ ਉੱਤੇ ਅਟੈਕ ਕਰਨ ਤੋਂ ਬਾਅਦ ਉਹਨਾਂ ਨੂੰ ਖੁਦ ਪੁਲਿਸ ਦੇ ਹਵਾਲੇ ਕਰਦੀ ਆ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਆਪਣੀ ਭਾਵਨਾਵਾਂ ਅਨੁਸਾਰ ਅਰਦਾਸ ਕਰਨ ਦਾ ਵੀ ਕਿਸੇ ਨੂੰ ਅਧਿਕਾਰ ਨਹੀਂ। ਜੇ ਕੋਈ ਕਰਦਾ ਵਾ ਤੇ ਪਿਛਲੇ ਦਿਨੀ ਜਿਵੇਂ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਕਰਕੇ ਨਾ ਇਹ ਆਜ਼ਾਦ ਆ ਨਾ ਇਹ ਸਮਰੱਥ ਆ। ਸਮਰੱਥ ਕਿਵੇਂ? ਕਿਉਂਕਿ ਇਹ ਜੋ ਤਰੀਕਾ ਵਾ, ਜੋ ਪ੍ਰਕਿਰਿਆ ਵਾ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ, ਉਹ ਸਜ਼ਾ ਦਿਵਾ ਹੀ ਨਹੀਂ ਸਕਦੀ। ਕੋਹਲੀ ਦੇ ਕੋਲੋਂ ਜਿਹੜਾ 70% ਜਿਹੜੀ ਉਹਨੂੰ ਤਨਖਾਹ ਦਿੱਤੀ ਆ ਉਹ ਵਾਪਸ ਕਿਵੇਂ ਲਏਗੀ? ਇਹ ਕਿਵੇਂ ਸਮਰੱਥ ਆ ਉਹਦੇ ਜੇ ਉਹ ਨਾ ਕਰਦੇ ਤੇ ਨਿਰਪੱਖ ਇਸ ਕਰਕੇ ਨਹੀਂ ਕਿਉਂਕਿ ਇਹਨਾਂ ਦੇ ਫੈਸਲੇ ਜਿਹੜੇ ਆ ਉਹ ਆਪਣੇ ਲਈ ਹੋਰ ਤੇ ਦੂਜੇ ਸਿੱਖਾਂ ਲਈ ਹੋਰ ਨੇ। ਕਿਉਂਕਿ ਨਿਰਪੱਖਤਾ ਦੇ ਨਾਲ ਜੇ ਫੈਸਲਾ ਲਿਆ ਜਾਂਦਾ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਰੂਲਸ ਐਂਡ ਰੈਗੂਲੇਸ਼ਨ ਸਨ, ਐਕਟ ਜਿਹੜਾ ਗੁਰਦੁਆਰਾ ਪੰਜਾਬ ਗੁਰਦੁਆਰਾ ਐਕਟ ਆ ਉਹਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਤੇ ਉਹ ਕਾਰਵਾਈ ਨਹੀਂ ਕੀਤੀ ਗਈ। ਤੇ ਹੁਣ ਇਹਨਾਂ ਨੇ ਕੀ ਫੈਸਲਾ ਕੀਤਾ ਵਾ ਕਿ ਉਸ ਸਮੇਂ ਦੀ ਐਗਜ਼ੈਕਟਿਵ ਜਿਹਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 18 ਤਰੀਕ ਵਾਸਤੇ ਤਲਬ ਕੀਤਾ ਵਾ ਤੇ ਇਹਨਾਂ ਨੇ ਆਪਣੇ ਆਪ ਹੀ ਫੈਸਲਾ ਨਾਲ ਕਰ ਲਿਆ ਕਿ ਅਸੀਂ ਵੀ ਜਾ ਕੇ ਉੱਥੇ ਖਿਮਾ ਜਾਚਨਾ ਕਰਾਂਗੇ। ਇੱਥੇ ਇਹ ਗੱਲ ਅੱਜ ਦੀ ਮੀਟਿੰਗ ਦੇ ਵਿੱਚ ਜੋ ਸਿਧਾਂਤ ਆ ਉਹਦੇ ਬਾਰੇ ਜੋ ਵਿਚਾਰ ਕੀਤਾ ਗਿਆ ਉਹਦੇ ਬਾਰੇ ਮੈਂ
ਪੂਰੇ ਸਿੱਖ ਜਗਤ ਨੂੰ ਪ੍ਰੈਸ ਦੇ ਰਾਹੀਂ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜਾ ਦੋਸ਼ੀ ਆ ਜਿਹਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਂਦਾ ਉਹ ਸੱਚੇ ਮਨ ਦੇ ਨਾਲ ਆਪਣੇ ਕੀਤੇ ਹੋਏ ਅਪਰਾਧ ਨੂੰ ਪਹਿਲਾਂ ਸਪਸ਼ਟ ਕਰੇ, ਮੰਨੇ ਕਿ ਮੈਂ ਇਹ ਅਪਰਾਧ ਕੀਤਾ ਵਾ, ਤੇ ਫਿਰ ਅੱਗੇ ਪੰਚਸ਼ੀਲੀ ਪੰਚਾਇਤ ਨੇ, ਪੰਜ ਪ੍ਰਧਾਨੀ ਪੰਚਾਇਤ ਨੇ ਇਹ ਵੇਖਣਾ ਹੁੰਦਾ ਵਾ ਕਿ ਇਹ ਸੱਚ ਬੋਲ ਰਿਹਾ ਕਿ ਇਹ ਝੂਠ ਬੋਲ ਰਿਹਾ। ਉਹਨਾਂ ਨੇ ਨਿਰਣਾ ਕਰਨਾ ਹੁੰਦਾ। ਇਹ ਨਹੀਂ ਕਿ ਇਹ ਉੱਥੇ ਜਾਣ ਤੇ ਉੱਥੇ ਤਨਖਾਹ ਲਵਾ ਕੇ ਮਾੜੀ ਮੋਟੀ 4-5 ਦਿਨ ਜਿਹੜੀ ਆ ਝਾੜੂ ਦੀ ਸੇਵਾ ਕਰ ਲੈਣ, ਚਾਹੇ ਭਾਂਡੇ ਮਾਂਜਣ ਦੀ ਸੇਵਾ, ਬਰਤਨ ਸਾਫ਼ ਕਰਨ ਦੀ ਸੇਵਾ ਕਰ ਲੈਣ। ਉਹ ਜਿਹੜੀ ਆ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ, ਮਰਜ਼ਾਦਾ ਅਤੇ ਪੰਥਕ ਰਵਾਇਤਾਂ ਅਨੁਸਾਰ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ ਜੇ ਇਸ ਤਰ੍ਹਾਂ ਦਾ ਤਰੀਕਾ ਅਪਣਾਇਆ ਜਾਂਦਾ ਵਾ। ਇਹਦੇ ਨਾਲ ਹੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਅਧਿਕਾਰੀ, ਜਿੰਨੇ ਵੀ ਅਹੁਦੇਦਾਰ ਤੇ ਜਿੰਨੇ ਵੀ ਕਰਮਚਾਰੀ ਨੇ, ਉਹ ਆਪਣੀ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਵਿੱਚ ਅਸਮਰਥ ਹੀ ਨਹੀਂ ਰਹੇ। ਉਹਨਾਂ ਲਾਪਰਵਾਹੀ ਵਰਤੀ ਆ ਤੇ ਉਹਨਾਂ ਖਾਲਸਾ ਪੰਥ ਦੇ ਨਾਲ ਖਲਵਾੜ ਕੀਤਾ ਵਾ ਤੇ ਇਸ ਪੰਥ ਦੀ ਸਰਵ ਪ੍ਰਵਾਨਿਤ ਸੰਸਥਾ ਦੇ ਉੱਤੇ ਬਹੁਤ ਵੱਡਾ ਧੱਬਾ ਲਾਇਆ ਵਾ ਤੇ ਇਸ ਕਰਕੇ ਇਹ ਆਪਣੇ ਅਹੁਦੇ ਉੱਤੇ ਬਣੇ ਰਹਿਣ ਦੇ ਨਾ ਕਾਬਲ ਨੇ। ਤੇ ਇਹਦੇ ਬਾਰੇ ਜਿਹੜਾ ਵਾ ਉਹ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਵਾ ਕਿ 14 ਤਰੀਕ ਨੂੰ ਖਾਲਸਾ ਪੰਥ ਦੀਆਂ, ਪੰਥ ਨੂੰ ਸਮਰਪਿਤ ਜਥੇਬੰਦੀਆਂ, ਪੰਥਕ ਸ਼ਖਸੀਅਤਾਂ, ਬੁੱਧੀਜੀਵੀਆਂ ਸਾਰਿਆਂ ਦੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੀਟਿੰਗ ਕੀਤੀ ਜਾਵੇਗੀ ਤੇ ਉਸ ਵਿੱਚ ਵਿਚਾਰ ਕਰਨ ਤੋਂ ਬਾਅਦ, ਦੀਰਘ ਵਿਚਾਰ ਕਰਨ ਤੋਂ ਬਾਅਦ ਅਗਲਾ ਪੈਂਤੜਾ ਤੇ ਨੀਤੀ ਲਿਖੀ ਜਾਵੇਗੀ। ਉਹਦੇ ਵਾਸਤੇ ਅਸੀਂ ਖੁੱਲ੍ਹਾ ਸੱਦਾ ਵੀ ਸਾਰੀਆਂ ਪੰਥਕ ਜਥੇਬੰਦੀਆਂ, ਬੁੱਧੀਜੀਵੀਆਂ, ਨਾਨਕ ਨਾਮ ਲੇਵਾ ਸ਼ਖਸੀਅਤਾਂ ਅਤੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਆਪਣਾ ਅਖਲਾਕੀ ਫਰਜ਼ ਸਮਝ ਕੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਵੋ, ਕਿਉਂਕਿ ਮਾਮਲਾ ਬੜਾ ਗੰਭੀਰ ਆ। ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਮਾਮਲਾ ਵਾ ਤੇ ਜਿਹਦੇ ਨਾਲ ਗਲਤ ਤਰੀਕੇ ਦੇ ਨਾਲ ਨਿਪਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਉਹ ਕੋਸ਼ਿਸ਼ ਸਿੱਖ ਜਗਤ ਨੂੰ ਧੋਖਾ ਦੇਣ ਤੇ ਸਿੱਖ ਜਗਤ ਦੇ ਨਾਲ ਧਰੋ ਕਮਾਉਣ ਵਾਲਾ ਪੈਂਤੜਾ ਵਾ। ਜਿਹੜੀ ਪੜਤਾਲੀਆ ਰਿਪੋਰਟ ਪੜਤਾਲੀਆ ਕਮੇਟੀ ਨੇ ਪੇਸ਼ ਕੀਤੀ ਆ, ਉਹਦੇ ਵਿੱਚੋਂ ਇਹਨਾਂ ਨੇ ਸਿਰਫ ਉਹ ਹੀ 10 ਸਫੇ ਜਨਤਕ ਕੀਤੇ ਨੇ ਜਿਹੜਾ ਦੋਸ਼ੀਆਂ ਦੇ ਉੱਤੇ ਦੋਸ਼ ਐਦ ਕੀਤਾ ਗਿਆ। ਲੇਕਿਨ ਸਾਰੀ ਜਿਹੜੀ ਪੜਤਾਲੀਆ ਰਿਪੋਰਟ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਨਾਂ ਕੋਈ ਕਾਰਨ ਸਪਸ਼ਟ ਕੀਤਿਆਂ ਉਸ ਨੂੰ ਜਨਤਕ ਨਹੀਂ ਕੀਤਾ। ਅੱਜ ਦੀ ਇਹ ਮੀਟਿੰਗ ਜਿਹੜੀ ਆ ਇਹਦੇ ਵਿੱਚ ਵਿਚਾਰ ਕੀਤੀ ਗਈ ਆ ਕਿ ਉਹ ਰਿਪੋਰਟ ਜਨਤਕ ਕਿਵੇਂ ਕਰਾਉਣੀ ਆ। ਉਹਦਾ ਪੈਂਤੜਾ ਵੀ 14 ਤਰੀਕ ਦੀ ਜਿਹੜੀ ਮੀਟਿੰਗ ਆ ਉਹਦੇ ਵਿੱਚ ਲਿਖਿਆ ਜਾਵੇਗਾ। ਪੜਤਾਲੀਆ ਕਮੇਟੀ ਦੀ 3 ਮੈਂਬਰੀ ਟੀਮ ਆ ਜਿਨ੍ਹਾਂ ਇਹ ਪੜਤਾਲੀਆ ਰਿਪੋਰਟ ਤਿਆਰ ਕਰਕੇ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤੀ ਤੇ ਅਕਾਲ ਤਖਤ ਸਾਹਿਬ ਨੇ ਉਹ ਪੇਸ਼ ਕੀਤੀ ਹੋਈ ਰਿਪੋਰਟ ਨੂੰ ਉਹਨਾਂ ਅਧਿਕਾਰੀਆਂ ਦੇ ਤੇ ਅਹੁਦੇਦਾਰਾਂ ਦੇ ਕੋਲ ਹੀ ਭੇਜ ਦਿੱਤਾ ਜਿਹੜੇ ਖੁਦ ਸਮੂਹਕ ਜ਼ਿੰਮੇਵਾਰੀ ਦੇ ਸਿਧਾਂਤ ਅਨੁਸਾਰ ਇਸ ਬਹੁਤ ਵੱਡੇ ਬੇਅਦਬੀ ਦੇ ਕਾਂਡ ਦੇ ਜ਼ਿੰਮੇਵਾਰ ਨੇ। ਤੇ ਅੱਜ ਦੀ ਇਹ ਮੀਟਿੰਗ ਨੇ ਵਿਚਾਰ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਵਾ ਕਿ ਇਹ ਪੜਤਾਲੀਆ ਰਿਪੋਰਟ ਅਧੂਰੀ ਆ, ਕਿਉਂਕਿ ਇਹਦੇ ਵਿੱਚ ਪੜਤਾਲੀਆ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਇੱਕ ਚੈਨਲ ਨੂੰ ਦਿੱਤੀ ਆਪਣੀ ਇੰਟਰਵਿਊ ਦੇ ਵਿੱਚ ਸਪਸ਼ਟ ਕਰ ਰਹੇ ਨੇ ਕਿ ਛੋਟੇ ਕਰਮਚਾਰੀ ਤੋਂ ਲੈ ਕੇ ਵੱਡੇ ਅਧਿਕਾਰੀ ਤੇ ਅਹੁਦੇਦਾਰ ਤੱਕ ਸੱਚ ਨੂੰ ਮਿੱਥ ਕੇ ਛੁਪਾਇਆ ਗਿਆ। ਸਾਨੂੰ ਪੂਰੇ ਸਬੂਤ ਸਾਡੇ ਸਾਹਮਣੇ ਪੇਸ਼ ਨਹੀਂ ਕੀਤੇ ਗਏ ਤੇ ਖਾਸ ਕਰਕੇ ਜਿਹੜਾ ਰੂਪ ਸਿੰਘ ਜਿਹੜਾ ਚੀਫ ਸਕੱਤਰ ਸੀ, ਬਾਰ-ਬਾਰ ਫੋਨ ਕਰਨ ਦੇ ਉੱਤੇ ਵੀ ਉਹਨੇ
ਪੜਤਾਲੀਆ ਕਮੇਟੀ ਦੇ ਸਾਹਮਣੇ ਹੋ ਕੇ ਆਪਣਾ ਪੱਖ ਪੇਸ਼ ਨਹੀਂ ਕੀਤਾ, ਸਹਿਯੋਗ ਦੇਣ ਤੋਂ ਆਕੀ ਬਣਿਆ ਰਿਹਾ। ਇਸ ਕਰਕੇ ਅੱਜ ਦੀ ਮੀਟਿੰਗ ਮਹਿਸੂਸ ਕਰਦੀ ਆ ਕਿ ਪੜਤਾਲੀਆ ਕਮੇਟੀ ਦੀ ਰਿਪੋਰਟ ਅਧੂਰੀ ਆ ਤੇ ਇਹਨੂੰ ਪੂਰੀ ਕਰਨ ਵਾਸਤੇ ਅਗਲੀ ਜਿਹੜੀ 14 ਤਰੀਕ ਦੀ ਮੀਟਿੰਗ ਆ ਅਕਾਲ ਤਖਤ ਸਾਹਿਬ ਦੇ, ਉਹਦੇ ਵਿੱਚ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਇਹ ਪੜਤਾਲੀਆ ਰਿਪੋਰਟ ਅਧੂਰੀ ਨੂੰ ਪੂਰੀ ਕਿਵੇਂ ਕਰਨਾ ਵਾ। ਤੇ ਇਹਦੇ ਨਾਲ ਹੀ ਜਿਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਰ-ਬਾਰ ਆਪਣਾ ਪੈਂਤੜਾ ਬਦਲ ਰਿਹਾ ਵਾ, ਕਦੀ ਕੋਈ ਬਿਆਨ ਦਿੰਦਾ ਤੇ ਕਦੀ ਕੋਈ ਬਿਆਨ ਦਿੰਦਾ ਤੇ ਤੌਰ ਤਰੀਕਾ ਵੀ ਬਦਲ ਰਿਹਾ। ਤੇ ਅੱਜ ਦੀ ਮੀਟਿੰਗ ਨੇ ਇਹ ਮਹਿਸੂਸ ਕੀਤਾ ਵਾ ਵਿਚਾਰ ਕਰਨ ਤੋਂ ਬਾਅਦ ਕਿ ਉਹ ਕਪਟੀ ਸਿਆਸਤਦਾਨਾਂ ਦੇ ਦਬਾਅ ਤੇ ਪ੍ਰਭਾਵ ਹੇਠ ਆ ਤੇ ਯਤਨ ਕੀ ਕੀਤਾ ਜਾ ਰਿਹਾ ਵਾ ਕਿ ਇਸ ਬੇਅਦਬੀ ਦੇ ਕਾਂਡ ਨੂੰ ਬੇਈਮਾਨੀ ਦਾ ਕਾਂਡ ਕਰਾਰ ਦੇ ਕੇ ਤੇ ਜਿਹੜੇ ਅਧਿਕਾਰੀ ਤੇ ਕਰਮਚਾਰੀ ਦੋਸ਼ੀ ਪਾਏ ਗਏ ਨੇ ਪੜਤਾਲੀਆ ਰਿਪੋਰਟ ਦੇ ਵਿੱਚ, ਉਹਨਾਂ ਦੀ ਤਨਖਾਹ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਦੀ ਮੋਖ ਚਾਹੇ ਉਹਦੀ ਬਣਦੀ ਭੇਟਾ ਕੱਟ ਕੇ ਤੇ ਇਸ ਮਾਮਲੇ ਨੂੰ ਇਹ ਦਰਸਾ ਕੇ ਦਬਾ ਦਿੱਤਾ ਜਾਵੇ ਕਿ ਇਹਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਬੇਈਮਾਨੀ ਕੀਤੀ ਸੀ। ਇਹਨਾਂ ਉਹ ਬਣਦੀ ਮੋਖ ਬਣਦੀ ਭੇਟਾ ਦਾ ਪੈਸਾ ਜਿਹੜਾ ਵਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਲਾਲਸਾ ਵਸ ਹੋ ਕੇ ਬੇਈਮਾਨੀ ਕਰਕੇ ਜਮ੍ਹਾਂ ਨਹੀਂ ਕਰਾਇਆ। ਪਰ ਅਸਲ ਮਸਲਾ ਇਹ ਨਹੀਂ, ਮਸਲਾ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿੱਥੇ ਗਏ, ਕਿਨ ਭੇਜੇ, ਕਿਉਂ ਭੇਜੇ, ਕਿਸ ਦੇ ਹੁਕਮ ਨਾਲ ਭੇਜੇ ਤੇ ਇਸ ਵਕਤ ਤੋਂ ਕਿੱਥੇ ਨੇ। ਸਿਰਫ ਇੱਕ ਪੁਆਇੰਟ ਜਿਹੜਾ ਉਹਦੇ ਉੱਤੇ ਸਾਰੇ ਪੰਥ ਦੀਆਂ ਨਜ਼ਰਾਂ ਲੱਗੀਆਂ ਨੇ ਤੇ ਪੰਥ ਦੀਆਂ ਭਾਵਨਾਵਾਂ ਜੁੜੀਆਂ ਨੇ। ਪੰਥ ਦੇ ਵਿੱਚ ਉਸ ਬਾਰੇ ਰੋਹ, ਗੁੱਸਾ ਤੇ ਗਮ ਛਾਇਆ ਹੋਇਆ ਵਾ। ਇਸ ਕਰਕੇ ਇਹ ਪਤਾ ਕਰਨਾ ਕਿ ਉਹ ਸਰੂਪ ਕਿੱਥੇ ਨੇ, ਕਿਨ ਭੇਜੇ, ਕਿਉਂ ਭੇਜੇ, ਕਿਵੇਂ ਭੇਜੇ ਤੇ ਉਹ ਜਿਹੜੀ ਪ੍ਰਕਿਰਿਆ ਜਿਹੜੇ ਨਿਯਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਦ ਹੀ ਬਣਾਏ ਨੇ, ਉਹਨਾਂ ਦੀ ਘੋਰ ਉਲੰਘਣਾ ਕਰਕੇ ਉਹ ਸਰੂਪ ਵੰਡੇ ਕਿਉਂ ਗਏ। ਸ਼੍ਰੋਮਣੀ ਕਮੇਟੀ ਨੂੰ ਇਹ ਦੱਸਣਾ ਬਣਦਾ ਸੀ ਔਰ ਪੜਤਾਲੀਆ ਕਮੇਟੀ ਦੀ ਰਿਪੋਰਟ ਵਿੱਚ ਇਹ ਤੱਥ ਸਾਹਮਣੇ ਆਉਣਾ ਚਾਹੀਦਾ ਸੀ ਕਿ ਉਹ ਸਰੂਪ ਕਿੱਥੇ ਨੇ। ਨਾ ਤੇ ਪੜਤਾਲੀਆ ਕਮੇਟੀ ਦੀ ਰਿਪੋਰਟ ਵਿੱਚ ਹੀ ਆਇਆ, ਨਾ ਕਿਸੇ ਅਧਿਕਾਰੀ ਨੇ, ਨਾ ਅਹੁਦੇਦਾਰ ਨੇ, ਨਾ ਕਰਮਚਾਰੀ ਨੇ ਇਹ ਗੱਲ ਪੜਤਾਲੀਆ ਕਮੇਟੀ ਦੇ ਕੋਲ ਸੱਚ ਇਹ ਗੱਲ ਦਾ ਪ੍ਰਗਟ ਕੀਤਾ। ਇਸ ਕਰਕੇ ਖਾਲਸਾ ਪੰਥ ਜਿਹੜਾ ਵਾ ਜਿੰਨਾ ਚਿਰ ਉਹ ਸਰੂਪ ਪ੍ਰਾਪਤ ਨਹੀਂ ਕਰ ਲਏ ਜਾਂਦੇ ਤੇ ਇਹ ਪਤਾ ਨਹੀਂ ਲਾ ਲਿਆ ਜਾਂਦਾ ਕਿ ਉਹ ਕਿੱਥੇ ਨੇ, ਉਹਨਾਂ ਦੀ ਇਸ ਵਕਤ ਕੀ ਸਥਿਤੀ ਆ, ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਵਾ ਖਾਲਸਾ ਪੰਥ ਨੂੰ ਖਾਲਸਾਈ ਸੁਰ ਦੇ ਵਿੱਚ ਜਾਰੀ ਰੱਖਣਾ ਚਾਹੀਦਾ ਵਾ। ਤੇ ਉਹਦੇ ਵਾਸਤੇ ਪੈਂਤੜਾ ਤੇ ਨੀਤੀ ਘੜਨ ਵਾਸਤੇ 14 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮੀਟਿੰਗ ਬੁਲਾਈ ਜਾਵੇਗੀ ਕਿਉਂਕਿ ਜਿਹੜਾ ਗੁਰੂ ਗ੍ਰੰਥ ਆ ਉਹ ਪੰਥ ਦੀ ਆਸਥਾ ਵਾ ਤੇ ਗੁਰੂ ਪੰਥ ਆ, ਉਹਨੇ ਗੁਰੂ ਗ੍ਰੰਥ ਦੀ ਸੁਰੱਖਿਆ, ਗੁਰੂ ਪੰਥ ਦੀ ਤਾਬਿਆ ਤੇ ਗੁਰੂ ਗ੍ਰੰਥ ਗੁਰੂ ਗ੍ਰੰਥ ਦੀ ਪਹਿਰੇਦਾਰੀ ਕਰਕੇ ਕਰਨੀ ਆ। ਤੇ ਸ਼੍ਰੋਮਣੀ ਕਮੇਟੀ ਨੇ ਨਾ ਸਿਰਫ ਅਵੇਸਲਾ ਪਾਣੀ ਹੀ ਵਿਖਾਇਆ ਵਾ, ਸਗੋਂ ਇਸ ਘੋਰ ਬੇਅਦਬੀ ਦੇ ਵਿੱਚ ਉਹ ਸਿੱਧੇ ਰੂਪ ਵਿੱਚ ਸ਼ਾਮਲ ਨੇ। ਤੇ ਇਸ ਕਰਕੇ ਅਗਲਾ ਪੈਂਤੜਾ ਤੇ ਰਣਨੀਤੀ ਅਲੀਕਣ ਵਾਸਤੇ ਸਮੂਹ ਪੰਥ ਦਰਦੀ, ਪੰਥ ਸਮਰਪਿਤ ਜਥੇਬੰਦੀਆਂ, ਸ਼ਖਸੀਅਤਾਂ, ਬੁੱਧੀਜੀਵੀਆਂ ਤੇ ਨਾਨਕ ਨਾਮ ਲੇਵਾ ਪੰਥ ਦਰਦੀਆਂ ਨੂੰ ਸੱਦਾ ਦਿੱਤਾ ਜਾਂਦਾ ਕਿ ਉਹ ਪੰਥ ਦੇ ਨੁਮਾਇੰਦਾ ਇਕੱਠ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਦੇਣ ਤੇ ਅਗਲੀ ਰਣਨੀਤੀ ਤਿਆਰ ਕਰਨ ਦੇ ਵਾਸਤੇ ਸੁਝਾਅ ਦੇਣ। ਤੇ ਜਿਹੜੀਆਂ ਜਥੇਬੰਦੀਆਂ ਨੂੰ ਆਪਾਂ ਖੁੱਲ੍ਹਾ ਸੱਦਾ ਦਿੱਤਾ ਵਾ, ਪਰ ਉਹਨਾਂ ਨੂੰ ਅਸੀਂ ਪਰਸਨਲ ਤੌਰ ਦੇ ਉੱਤੇ ਮਿਲ ਕੇ ਵੀ
ਉਹਨਾਂ ਨੂੰ ਸੱਦਾ ਦਿਆਂਗੇ ਕਿ ਉਹ 14 ਤਰੀਕ ਦੀ ਮੀਟਿੰਗ ਵਿੱਚ ਸ਼ਾਮਲ ਹੋਣ, ਕਿਉਂਕਿ ਅੱਜ ਦੀ ਮੀਟਿੰਗ ਨੇ ਇਹ ਮਹਿਸੂਸ ਕੀਤਾ ਵਾ ਕਿ ਵੱਖਰੀ ਵੱਖਰੀ ਪਹੁੰਚ, ਵੱਖਰਾ ਵੱਖਰਾ ਪੈਂਤੜਾ ਤੇ ਵੱਖਰੀ ਵੱਖਰੀ ਸੋਚ ਦੇ ਨਾਲ ਇਹ ਬਹੁਤ ਹੀ ਪੰਥ ਦੀ ਆਸਥਾ ਨਾਲ ਜੁੜਿਆ ਮਾਮਲਾ, ਇਹਦਾ ਹੱਲ ਨਹੀਂ ਕੱਢਿਆ ਜਾ ਸਕਦਾ। ਇਹ ਹੱਲ ਕੱਢਣ ਵਾਸਤੇ ਪੰਥ ਨੂੰ ਇੱਕ ਸੁਰ, ਸੁਹਿਰਦ ਅਤੇ ਦ੍ਰਿੜ ਹੋਣਾ ਪਵੇਗਾ ਤੇ ਉਹ ਤਾਂ ਹੀ ਹੋ ਸਕਦਾ ਜੇ ਅਕਾਲ ਤਖਤ ਸਾਹਿਬ ਦੇ ਸਨਮੁਖ ਜੁੜ ਕੇ ਇੱਕ ਸੁਰਤਾ ਦਾ ਫੈਸਲਾ ਕੀਤਾ ਜਾਵੇ। ਦੋ ਸਵਾਲ ਹੈ ਜੀ। ਪਹਿਲਾ ਸਵਾਲ ਇਹ ਉਸ ਮੀਟਿੰਗ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਕੀਤਾ ਗਿਆ ਕਿ ਜਿਹੜੇ ਫਾਰਮਰ ਨੇ ਉਹ ਆਰਡੀਨੈਂਸ ਨੂੰ ਲੈ ਕੇ ਸਟਰਗਲ ਕਰ ਰਹੇ ਨੇ ਔਰ ਉਹਨਾਂ ਦੀ ਸਟਰਗਲ ਨੂੰ ਹਰ ਤਰੀਕੇ ਦਾ ਸਮਰਥਨ ਹੈ ਜਿਹੜਾ ਉਹ ਸਾਰੀਆਂ ਪੰਥਕ ਪਾਰਟੀਆਂ ਵੱਲੋਂ ਦਿੱਤਾ ਜਾਏਗਾ। ਇਹ ਵੀ ਫੈਸਲਾ ਇੱਕ ਹੈ ਜਿਹੜਾ ਅੱਜ